और वो जी चिट्ठी सी इन्होंने सानू दिती ਉਹਦੇ 'ਚ ਸਾਨੂੰ कह रहे हैं आओ जी ਤੁਹਾਨੂੰ ਅਸੀਂ ਦੱਸਦੇ ਹਾਂ ਕਿਤੇ ਤੁਹਾਨੂੰ ਭੁਲੇਖਾ ਪੈ ਗਿਆ ਗਲਤ ਤੋਂ ਤੁਸੀਂ ਅਸੀਂ ਉਹਨਾਂ ਨਾਲ ਮੇਰੀ ਤੜਕੇ ਕੱਲ ਵੀ ਗੱਲ ਹੋਈ ਹੈ ਔਰ ਮੈਂ ਸਪਸ਼ਟ ਕਿਹਾ ਹੈ ਕਿ ਅਸੀਂ ਪੜ੍ਹ ਲਿਆ ਉਹ ਇਸ ਗੱਲ ਲਈ ਸਾਨੂੰ ਸਮਝਾਉਣ ਵਾਸਤੇ ਜੇ ਤਾਂ ਸੱਦਣਾ ਹੈ ਤਾਂ ਬਿਲਕੁਲ ਸਾਨੂੰ ਆਉਣ ਦੀ ਲੋੜ ਨਹੀਂ। ਤੁਹਾਨੂੰ ਲੱਗਦਾ ਹੈ ਜਥੇਬੰਦੀਆਂ ਇੱਕ ਹੋ ਕੇ ਚੱਲਣਗੀਆਂ 31 ਸੀਗੀਆਂ 30 ਰਹਿ ਗਈਆਂ ਜੀ ਅੱਗੇ ਕੋਈ ਇਦਾਂ ਦਾ ਦਫਾੜ ਨਹੀਂ ਹੋਊਗਾ। ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਸੈਸ਼ਨ ਬੁਲਾ ਕੇ ਮਤੇ ਪਾਵਾਂਗੇ ਇਸ ਨੂੰ ਰੱਦ ਕਰਾਂਗੇ ਤੇ ਹੁਣ ਉਹ ਕਰੋਨਾ ਦਾ ਹਵਾਲਾ ਦੇ ਰਹੇ ਨੇ। देखो मैं जी अपनी स्पीच के भी ये गल कही है कि इत्थे हमाम दे विच सारे नंगे ने हुण किसानों को जागृत करना है भी किसानों अंदोलन करो जागृत होवो ते जे किसान अज जागृत है अंदोलन कर रहे हैं उन्होंने साडी सरकार माड़े आख रही है तो फिर इहनूं की मन्नांगे असीं। हुण एक हासो हीना उन्हां दा बहाना है भी एक इजलास सदना है उहदे विच सीमित बंदियां ने बैठना है उहदे विच तां करोना दा डर है और जिथे आपकी लोड़ अनुसार डिस्टेंस भी मेनटेन कर सकते हैं तो जिदे आ रैली कढ़ी है राहुल जी की उदे करोना किते मतलब देश चों बाहर भेजता सी। उस दिन सरकार वालों कहा जा रहा सी भी इत्थे असीं चिड़ी नहीं फड़कन देनी पार्लीमेंट के नेड़े चिड़ी नहीं फड़कन देनी लेकिन असीं गए उत्थे विरोध किया काले चोले पा के नारे लाया सानू अरेस्ट किया साडे ते केस पाया पाउण दिओ। जदों असीं आपदी जमीन की राखी करनी है केस तो बहुत छोटी चीज़ है जमीन की राखी असीं वट पिछे भरा नूं भरा मार दिंदा है। आम आदमी पार्टी की गल की जाए कह रहे हैं अगले हफ्ते केजरीवाल पंजाब आ रहे हैं वो इत्थे इन्हां कानूनां दे खिलाफ प्रदर्शन करनगे की लोड़ है पंजाब च प्रदर्शन की वैल्यू है। केजरीवाल अगर हीरो बनना चाहता है देश का हीरो बनना चाहता है ना मैदान च उतरिया ज मरन मरते बैठे ना उत्थे सानू लुट रही है दिल्ली मूँह चक्की आने साडे मतलब पंजाब नूं इत्थे की है। ਸਾਡੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਗੁਰਜੀਤ ਸਿੰਘ ਡੱਲੇਵਾਲ ਨੇ ਉਹਨਾਂ ਨਾਲ ਕਰਦੇ ਆਂ ਗੱਲ ਉਹਨਾਂ ਦਾ ਕੀ ਕਹਿਣਾ ਹੈ ਜੋ ਸੈਂਟਰ ਸਰਕਾਰ ਵੱਲੋਂ ਇਹ ਕਾਨੂੰਨ ਲਿਆਂਦੇ ਗਏ ਨੇ। ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਲੋਕ ਚੈਨਲ ਤੇ। ਬਹੁਤ ਬਹੁਤ ਧੰਨਵਾਦ ਜੀ ਆਪ ਜੀਆਂ ਦਾ। ਇਹ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਸਰ ਸਰਕਾਰਾਂ ਤਾਂ ਹੱਲ ਵੀ ਕਹਿ ਰਹੀਆਂ ਨੇ ਵੀ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ ਕਿਸਾਨਾਂ ਦੇ ਹੱਕ 'ਚ ਨੇ ਤੇ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਸੀਗਾ किसान जथेबंदियों भी साडे नाल बैठ के गल करो असीं समझाउने आ। तुसीं की देखो जिहड़ा उन्हां दा पहली तां गल ये है मैं आप जी दे चैनल के माध्यम के राही साडी सरकार तक ये गल पहुँचाउणी चाहुंदा है कि देखो पूरा देश अज अंदोलन कर रहा है जी। सारा देश जिहड़ा अंदोलन करदा है वो एडा अनपढ़ नहीं साडे कोले वकील भी हैगे है साडे कोले PhD'यां कीते वाले बच्चे हैगे है एक कानून नूं पढ़ लिया असीं सही सानू क्लीयर हो चुकिया है कि ये तो असी जो ये कानून बनया है ये साडे तो जमीनां लैके कारपोरेट लोगों के कब्जे करने की तैयारी है और सारा भंडार अन्न भंडार कारपोरेट लोगों के कब्जे दे के जिहड़े आम खपतकार है उन्होंने लुट्टण की तैयारी है इस कानून के राही और असी समझते हैं इस कानून और वो जी चिट्ठी सी इन्होंने सानू दिती उहदे च सानू कह रहे हैं आओ जी ਤੁਹਾਨੂੰ ਅਸੀਂ ਦੱਸਦੇ ਹਾਂ ਕਿਤੇ ਤੁਹਾਨੂੰ ਭੁਲੇਖਾ ਪੈ ਗਿਆ ਗਲਤ ਤੋਂ ਤੁਸੀਂ ਅਸੀਂ ਉਹਨਾਂ ਨਾਲ ਮੇਰੀ ਤੜਕੇ ਕੱਲ ਵੀ ਗੱਲ ਹੋਈ ਹੈ ਔਰ ਮੈਂ ਸਪਸ਼ਟ ਕਿਹਾ ਹੈ ਕਿ ਅਸੀਂ ਪੜ੍ਹ ਲਿਆ ਉਹ ਇਸ ਗੱਲ ਲਈ ਸਾਨੂੰ ਸਮਝਾਉਣ ਵਾਸਤੇ ਜੇ ਤਾਂ ਸੱਦਣਾ ਹੈ ਤਾਂ ਬਿਲਕੁਲ ਸਾਨੂੰ ਆਉਣ ਦੀ ਲੋੜ ਨਹੀਂ ਅਗਰ ਸਾਡਾ ਕੋਈ ਹੱਲ ਕਰਨ ਵਾਸਤੇ ਸਾਨੂੰ ਸੱਦਦੇ ਆ ਤੇ ਅਸੀਂ ਟੇਬਲ ਤੇ ਬੈਠਣ ਲਈ ਤਿਆਰ ਹਾਂ ਜੀ। ਇਹ ਮੇਰੀ ਗੱਲ ਉਹਨਾਂ ਨਾਲ ਸਾਡੀ ਸਾਰੀਆਂ ਜਥੇਬੰਦੀਆਂ ਦੀ ਇੱਕੋ ਸਮਝ ਹੈ ਇਹ ਗੱਲ ਹੋ ਗਈ ਹੈ ਔਰ ਹੋ ਸਕਦਾ ਹੈ ਜਿਵੇਂ ਕੱਲ ਸਾਨੂੰ ਕਹਿ ਰਹੇ ਸੀ ਵੀ ਸਾਨੂੰ ਤੁਸੀਂ ਸਾਰਿਆਂ ਦੇ ਐਡਰੈਸ ਦਿਓ ਜੀ ਸਾਰਿਆਂ ਦੇ ਨੰਬਰ ਦਿਓ ਜੀ ਉਹ ਅਸੀਂ ਉਹਨਾਂ ਨੂੰ ਦਿੱਤੇ ਆ ਹੁਣ ਸੱਦਦੇ ਆ ਕਿਦੋਂ ਸੱਦਦੇ ਆ ਸਰਕਾਰ ਕੀ ਸਮਝਦੀ ਹੈ ਸਰਕਾਰ ਦੀ ਮਰਜ਼ੀ ਹੈ। ਤੁਹਾਨੂੰ ਲੱਗਦਾ ਹੈ ਜਥੇਬੰਦੀਆਂ ਇੱਕ ਹੋ ਕੇ ਚੱਲਣਗੀਆਂ 31 ਸੀਗੀਆਂ 30 ਰਹਿ ਗਈਆਂ ਜੀ ਅੱਗੇ ਕੋਈ ਇਦਾਂ ਦਾ ਦਫਾੜ ਨਹੀਂ ਹੋਊਗਾ। ਦੇਖੋ ਸਾਡਾ ਯਤਨ ਹੈ ਜੀ ਕਿ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਚੱਲਣ ਜੀ ਕੋਈ ਇਹਦੇ ਵਿੱਚ ਕਿਸੇ ਕਿਸਮ ਦੀ ਮੈਨੂੰ ਹਜੇ ਤੱਕ ਲੱਗਦੀ ਵੀ ਨਹੀਂ ਜੀ ਉਹਦੀ ਵੀ ਕੋਈ ਇਹ ਨਹੀਂ ਸੀ ਗੱਲ ਵੀ ਉਹ ਕੋਈ ਵਿਕ ਗਏ ਵਾਲੀ ਗੱਲ ਨਹੀਂ ਸੀ ਆਈ ਉਹਨਾਂ ਦੀ ਇੱਕ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹਦੇ 'ਚੋਂ ਇਹ ਨਿਕਲ ਕੇ ਆਇਆ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਅਸੀਂ ਕੋਰਟ ਦਾ ਰਸਤਾ ਅਖਤਿਆਰ ਕਰ ਲੈਣੇ ਜੀ ਸਾਨੂੰ ਨਹੀਂ ਸੀ ਪਤਾ ਵੀ ਅਸੀਂ 31 ਜਥੇਬੰਦੀਆਂ ਦੇ ਵਿੱਚ ਮਿਲਣ ਤੋਂ ਬਾਅਦ ਸਾਡਾ ਇਹ ਅਧਿਕਾਰ ਸਾਡੇ ਕੋਲੇ ਨਹੀਂ ਰਿਹਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਆਪਦੀ ਰਿਟ ਪਟੀਸ਼ਨ ਵਾਪਸ ਲੈਣੇ ਉਹਨਾਂ ਨੇ ਵਾਪਸ ਲੈ ਲਈ ਹੈ ਉਹਨਾਂ ਦੀ ਕਾਪੀ ਸਾਡੇ ਕੋਲੇ ਆ ਗਈ ਹੈ ਤਾਂ ਉਹ ਕੋਈ ਮਤਲਬ ਉਹ ਕੋਈ ਬੇਈਮਾਨੀ ਵਾਲੀ ਗੱਲ ਉਹ 'ਚ ਸਾਨੂੰ ਨਜ਼ਰ ਆਈ ਨਹੀਂ ਹੈ ਜੀ ਪਰ ਫਿਰ ਵੀ मतलब ਅੱਗੇ ਚੱਲ ਕੇ ਵੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਚੱਲਦੀਆਂ ਮੈਨੂੰ ਉਮੀਦ ਹੈ ਕਿ ਸਾਰੀਆਂ ਸਟੈਂਡ ਤੇ ਹੈ ਔਰ ਕਾਇਮ ਹੈ ਔਰ ਕਾਇਮ ਰਹਿ ਕੇ ਅਸੀਂ ਕਿਸਾਨੀ ਕਿਉਂਕਿ ਅਸੀਂ ਸਾਰੇ ਦਰਦ ਮਹਿਸੂਸ ਕਰਦੇ ਹਾਂ ਕਿ ਸਾਡੀ ਕਿਸਾਨੀ ਸਾਡੇ ਬੱਚੇ ਜਿਉਂਦੇ ਰੱਖਣੇ ਸਾਡੇ ਲਈ ਅਤੀ ਜ਼ਰੂਰੀ ਹੈ
ਉਹਨਾਂ ਹਾਲਾਤਾਂ ਦੇ ਵਿੱਚ ਦੀ ਤਾਂ ਹੀ ਬੱਚੇ ਜਿਉਂਦੇ ਰੱਖ ਸਕਾਂਗੇ ਜੇ ਅਸੀਂ ਸਾਰੇ ਇਕਮੁੱਠ ਹੋ ਕੇ ਇਮਾਨਦਾਰੀ ਨਾਲ ਲੜਾਂਗੇ। ਉਹ ਲੜਾਈ ਅਸੀਂ ਦੇ ਰਹੇ ਹਾਂ। ਉਹ ਅੱਗੇ ਨੂੰ ਇੱਕ ਹੋ ਕੇ ਚੱਲਣਗੇ, 31 ਪੂਰੀਆਂ ਜਥੇਬੰਦੀਆਂ ਇੱਕਜੁੱਟ ਹੋਣਗੀਆਂ। ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਉਹਦੇ 'ਚ ਰੱਖੀ ਆ ਗੱਲ ਇਹਨਾਂ ਵਾਸਤੇ ਕਿ ਤੁਸੀਂ ਜਦੋਂ ਸਾਨੂੰ ਪੇਪਰ ਲਿਆ ਦਿੰਦੇ ਹੋ ਅਸੀਂ ਉਦੋਂ ਮੁੜ ਦੁਬਾਰਾ ਬੈਠ ਕੇ ਫਿਰ ਵਿਚਾਰ ਕਰ ਲਾਂਗੇ। ਕੋਈ ਦੇਖੋ ਹੁਣ 31 ਜਥੇਬੰਦੀਆਂ ਹੈ, 31 ਜਥੇਬੰਦੀਆਂ ਵਿਚਾਰ ਕਰ ਲੈਣਗੀਆਂ ਤੇ ਕੋਈ ਐਸੀ ਉਹ ਡਿੱਕੇ ਵਾਲੀ ਗੱਲ ਰਹੀ ਨਹੀਂ। ਮੇਰਾ ਖਿਆਲ ਹੈ ਸਾਰੀਆਂ ਜਥੇਬੰਦੀਆਂ ਨੂੰ ਉਹਦੇ 'ਚ ਮਤਲਬ ਪ੍ਰਵਾਨ ਹੋ ਜਾਊਗਾ ਜੀ। ਜੇ ਕੈਪਟਨ ਸਰਕਾਰ ਦੀ ਗੱਲ ਕੀਤੀ ਜਾਵੇ, ਕਾਂਗਰਸ ਸਰਕਾਰ ਦੀ, ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਸੈਸ਼ਨ ਬੁਲਾ ਕੇ ਮਤੇ ਪਾਵਾਂਗੇ, ਇਸ ਨੂੰ ਰੱਦ ਕਰਾਂਗੇ, ਤੇ ਹੁਣ ਉਹ ਕਰੋਨਾ ਦਾ ਹਵਾਲਾ ਦੇ ਰਹੇ ਨੇ। ਦੇਖੋ ਮੈਂ ਜਿਹੜੀ ਆਪਣੀ ਸਪੀਚ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਇੱਥੇ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਜੀ। ਕੋਈ ਇਹਨਾਂ ਦੇ ਵਿੱਚੋਂ ਮਤਲਬ ਸਾਡਾ ਪੱਖ ਦਾ ਹੀ ਗੱਲ ਨਹੀਂ ਹੈ ਜੀ। ਕੈਪਟਨ ਸਾਹਿਬ ਕਾਂਗਰਸ ਤੋਂ ਹੈ ਜੀ। ਕਾਂਗਰਸ ਪਾਰਟੀ ਦੀ ਸਰਕਾਰ ਨਰਸਿਮਹਾ ਰਾਓ ਜੀ ਨੇ ਜਿਹੜੇ ਗੈਰ ਸਮਝੌਤੇ ਤੇ ਸਾਈਨ ਕੀਤੇ ਹੈ, ਉਹ ਸਾਈਨ ਹੀ ਅੱਜ ਦੇਸ਼ ਦੇ ਕਿਸਾਨ ਨੂੰ, ਦੇਸ਼ ਦੇ ਮਜ਼ਦੂਰ ਨੂੰ, ਦੇਸ਼ ਦੀ ਆਮ ਜਨਤਾ ਨੂੰ ਇਸ ਬੜੇ ਬਹੁਤ ਹੀ ਖਤਰਨਾਕ ਖਾਤੇ ਦੇ ਵਿੱਚ ਸਿੱਟਣ ਜਾ ਰਹੇ ਨੇ। ਸੋ ਇਸ ਕਰਕੇ ਉਹ ਕੋਈ ਕਾਂਗਰਸ ਭੁੱਲੀ ਨਹੀਂ ਇਸ ਗੱਲ ਤੋਂ। ਉਹਨਾਂ ਨੂੰ ਪਤਾ ਹੈ ਵੀ ਇਹ ਕੰਡੇ ਤਾਂ ਸਾਡੇ ਹੀ ਬੀਜੇ ਹੈ ਔਰ ਉਹ ਚਾਹੁੰਦੇ ਆ ਕਿ ਬੀਜੇਪੀ ਦੇ ਹੁੰਦਿਆਂ ਸਿਰੇ ਲੱਗ ਜੇ ਕੰਮ, ਤਾਂ ਕਿ ਅਸੀਂ ਕੱਲ ਨੂੰ ਚੰਗੇ ਤੇ ਚੰਗੇ ਰਹਿ ਜਾਈਏ। ਇਸ ਕਰਕੇ ਅਗਰ ਉਹਨਾਂ ਦੇ ਅੰਦਰ ਇਮਾਨਦਾਰੀ ਹੈ, ਯਾਤਰਾਵਾਂ ਕੱਢਣ ਦਾ, ਸਭ ਕੁਝ ਕਰਨ ਦਾ, ਤਾਂ ਹੀ ਫਾਇਦਾ ਹੈ। ਹੁਣ ਉਹ ਕਿਸਾਨਾਂ ਨੂੰ ਜਾਗਰਤ ਕਰਨ ਆਏ ਆ ਵੀ ਕਿਸਾਨੋ ਅੰਦੋਲਨ ਕਰੋ, ਜਾਗਰਤ ਹੋਵੋ। ਤੇ ਜੇ ਕਿਸਾਨ ਅੱਜ ਜਾਗਰਤ ਹੈ, ਅੰਦੋਲਨ ਕਰ ਰਹੇ ਹੈ, ਉਹਨਾਂ ਨੂੰ ਸਾਡੀ ਸਰਕਾਰ ਮਾੜੇ ਆਖ ਰਹੀ ਹੈ, ਤਾਂ ਫਿਰ ਇਹਨੂੰ ਕੀ ਮੰਨਾਂਗੇ ਅਸੀਂ? ਉਹਨਾਂ ਪ੍ਰਤੀ ਸਰਕਾਰ ਦਾ ਨਜ਼ਰੀਆ ਕੀ ਹੈ? ਸਾਡੇ ਨਾਲ ਵਾਅਦਾ ਕੀਤਾ ਇਹਨੇ ਕਿ ਅਸੀਂ ਚੋਣਾਂ ਆਪਣਾ 1 ਹਫ਼ਤੇ ਦੇ ਵਿੱਚ ਇਹਦੇ ਤੇ ਅਸੀਂ ਇਹਨਾਂ ਨੂੰ ਰੱਦ ਕਰ ਦਿਆਂਗੇ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ, ਲੇਕਿਨ ਹਜੇ ਤੱਕ ਨਹੀਂ ਕੀਤਾ। ਤੋ ਅੱਜ ਕਰੋਨਾ ਦੇ ਬਹਾਨੇ ਲਾਉਣ ਲੱਗ ਪਏ। ਹੁਣ ਇਹ ਕਿਹਦਾ ਹਾਸੋਹੀਣਾ ਉਹਨਾਂ ਦਾ ਬਹਾਨਾ ਹੈ ਵੀ ਇੱਕ ਇਜਲਾਸ ਸੱਦਣਾ ਹੈ, ਉਹਦੇ ਵਿੱਚ ਸੀਮਿਤ ਬੰਦਿਆਂ ਨੇ ਬੈਠਣਾ ਹੈ, ਉਹਦੇ ਵਿੱਚ ਤਾਂ ਕਰੋਨਾ ਦਾ ਡਰ ਹੈ ਔਰ ਜਿੱਥੇ ਇਹ ਆਪਦੀ ਲੋੜ ਅਨੁਸਾਰ ਡਿਸਟੈਂਸ ਵੀ ਮੇਨਟੇਨ ਕਰ ਸਕਦੇ ਆ। ਤੇ ਜਿੱਦੇ ਆ ਰੈਲੀ ਕੱਢੀ ਆ ਰਾਹੁਲ ਜੀ ਦੀ, ਉਹਦੇ ਕਰੋਨਾ ਕਿਤੇ ਮਤਲਬ ਦੇਸ਼ ਚੋਂ ਬਾਹਰ ਭੇਜਤਾ ਸੀ, ਉਹਦੇ ਵੀ ਤਾਂ ਇੱਥੇ ਹੀ ਸੀ। ਇਸ ਕਰਕੇ ਸਾਰੀਆਂ ਮਤਲਬ ਇਹਨਾਂ ਦੀਆਂ ਚਾਲਾਂ ਹੈ, ਅਸੀਂ ਸਮਝਦੇ ਹਾਂ ਇਹ ਸਿਰਫ ਰਾਜਨੀਤੀ ਹੋ ਰਹੀ ਹੈ, ਕਿਸਾਨ ਪੱਖੀ ਕੋਈ ਨਹੀਂ। ਸਾਡਾ ਫਰਜ਼ ਹੈ, ਅਸੀਂ ਲੜ ਰਹੇ ਹਾਂ। ਅਗਰ ਕਿਸਾਨੀ ਜਾਗਰਤ ਹੋ ਜਾਂਦੀ ਹੈ, ਅਵੇਅਰ ਹੋ ਜਾਂਦੀ ਹੈ, ਇਹਦੇ ਤੇ ਮੈਦਾਨ 'ਚ ਆ ਜਾਂਦੀ ਹੈ, ਤਾਂ ਲੱਗਦਾ ਕਿ ਅਸੀਂ ਮਤਲਬ ਇਹਦੇ ਤੇ ਜਿੱਤ ਹਾਸਲ ਕਰਾਂਗੇ, ਕਿਉਂਕਿ ਅੱਜ ਵੱਡੀ ਪੱਧਰ ਦੇ ਉੱਤੇ ਨੌਜਵਾਨ ਜਿਹੜਾ ਤਬਕਾ ਹੈ ਉਹ ਇਸ ਲੜਾਈ ਦੇ ਵਿੱਚ ਉਤਰਿਆ ਹੋਇਆ ਹੈ। ਜੇ ਗੱਲ ਕਿਸਾਨਾਂ ਦੀ ਕੀਤੀ ਜਾਵੇ, ਕਿਸਾਨਾਂ ਨੇ ਅੱਗੇ ਝੋਨਾ ਵੱਢਣਾ, ਕਣਕ ਵੀ ਬੀਜਣੀ ਆ, ਕਾਫੀ ਕੰਮ ਨੇ। ਤੁਹਾਨੂੰ ਲੱਗਦਾ ਕਿਸਾਨ ਇਸ ਸੰਘਰਸ਼ਾਂ 'ਚ ਸ਼ਾਮਲ ਹੋ ਪਾਉਣਗੇ, ਆਪਣੀਆਂ ਫਸਲਾਂ ਵੀ ਸਾਂਭਣੀਆਂ ਨੇ? ਨਹੀਂ, ਇਹ ਕੁਦਰਤੀ ਹੈ, ਇਹ ਹੁੰਦਾ ਹੈ, ਕਦੇ ਮਾੜਾ ਮੋਟਾ ਫਰਕ ਆ ਜਾਂਦਾ ਹੁੰਦਾ ਹੈ। ਜਿਵੇਂ ਅਸੀਂ ਵੀ ਇਹ ਸੋਚ ਕੇ ਪ੍ਰੋਗਰਾਮ ਦੇ ਰਹੇ ਹਾਂ, ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਆ ਸਕਦਾ ਸੀ ਜੀ। ਅਸੀਂ ਜਲਦਬਾਜ਼ੀ ਇਸੇ ਲਈ ਨਹੀਂ ਕੀਤੀ ਕਿ ਸਾਨੂੰ ਪਤਾ ਵੀ ਸਾਡੇ ਕਿਸਾਨ ਨੇ ਜਿਹੜੀ ਫਸਲ ਪੱਕੀ ਖੜੀ ਹੈ ਇਹ ਕੱਟਣੀ ਹੈ ਔਰ ਇਹਨੂੰ ਕੱਟ ਲੈਣ ਦਿਓ। ਕੱਟ ਕੇ ਇਹਦੀ ਅੱਗੇ ਜੀਰੀ ਦਾ ਵੀ ਅਸੀਂ ਧਿਆਨ ਰੱਖ ਰਹੇ ਹਾਂ, ਕਣਕ ਬੀਜਣ ਦਾ ਵੀ ਧਿਆਨ ਰੱਖ ਰਹੇ ਹਾਂ। ਉਹਦੇ ਵਿੱਚ ਵਾਸਤੇ ਕਿਸਾਨ ਫਿਰ ਮਤਲਬ ਉੱਠੇਗਾ, ਮੈਦਾਨ ਦੇ ਵਿੱਚ ਉਤਰੇਗਾ, ਐਸੀ ਕੋਈ ਗੱਲ ਨਹੀਂ ਹੈ। ਕਿਸਾਨ ਅੱਜ ਵੀ ਸਾਡੇ ਨਾਲ ਆ, ਵੱਡੀ ਪੱਧਰ ਦੇ ਉੱਤੇ ਕਿਸਾਨ ਧਰਨਿਆਂ ਦੇ ਵਿੱਚ ਆ ਜਾ ਹੀ ਰਿਹਾ ਨਾ। ਆ ਜਿਹੜੇ ਕਿਸਾਨ ਤੁਸੀਂ ਦੇਖ ਰਹੇ ਹੋ, ਇਹਨਾਂ ਦੇ ਵੀ ਤਾਂ ਜੀਰੀਆਂ ਵੱਢੀਆਂ ਜਾ ਰਹੀਆਂ ਨਾ, ਇਹ ਅੱਜ ਆਏ ਬੈਠੇ ਨੇ। ਪਿੱਛੇ ਮੈਂ ਜਿੰਨੇ ਧਰਨਿਆਂ ਦੇ ਵਿੱਚ ਦੀ ਹੋ ਕੇ ਆਇਆ, ਸਾਰੇ ਧਰਨਿਆਂ ਦੇ ਵਿੱਚ 5-5, 700, 1000, 2-2000 ਕਿਸਾਨ ਵੀ ਬੈਠਾ ਹੈ। ਤਾਂ ਉਹ ਤਾਂ ਹੀ ਬੈਠਾ ਨਾ ਜੇ ਉਹ ਇਹ ਮੰਨ ਕੇ ਆਇਆ ਕਿ ਸਾਨੂੰ ਪਤਾ ਹੈ ਕਿ ਜੀਰੀ ਵੱਢਣੀ ਜਾਂ ਕਣਕ ਬੀਜਣੀ ਇਹ ਉਨੀ ਅਹਿਮੀਅਤ ਨਹੀਂ ਰੱਖਦੀ ਜਿੰਨੀ ਅਹਿਮੀਅਤ ਜ਼ਮੀਨ ਰੱਖਣੀ ਰੱਖਦੀ ਹੈ। ਅਗਰ ਸਾਡੇ ਕੋਲੇ ਜ਼ਮੀਨ ਰਹਿ ਗਈ ਤਾਂ ਜੀਰੀਆਂ ਫਿਰ ਵੀ ਹੋ ਜਾਣਗੀਆਂ। ਅਗਰ ਸਾਡੇ ਕੋਲੇ ਜ਼ਮੀਨ ਹੀ ਨਾ ਰਹੀ, ਫਿਰ ਸਾਡੀਆਂ ਜੀਰੀਆਂ ਕਿੱਥੇ ਬੀਜਾਂਗੇ ਤੇ ਕੀ ਕਰਾਂਗੇ? ਸਹੀ ਕਾਹਦੇ ਨਾਲ ਕਿਸਾਨੀ ਕਰਾਂਗੇ ਅਸੀਂ? ਇਸ ਕਰਕੇ ਅੱਗੇ ਕਿੱਦਾਂ ਦੇ ਸੰਘਰਸ਼ ਲਿਖ ਜਾਣਗੇ ਜੀ? ਅੱਗੇ ਜੋ ਰਣਨੀਤੀ ਕਿੱਦਾਂ ਦੀਆਂ ਤਿਆਰ ਕੀਤੀ ਜਾਣਗੀਆਂ? ਦਿੱਲੀ ਨੂੰ ਵੀ ਕੂਚ ਕੀਤਾ ਜਾਊਗਾ? ਦੇਖੋ 31 ਜਥੇਬੰਦੀਆਂ ਹੈ ਜੀ, ਵੱਡੀ ਪੱਧਰ ਦੇ ਉੱਤੇ ਸਾਡੇ ਨਾਲ ਯੂਥ ਰਲਿਆ ਹੈ ਜੀ। ਅਸੀਂ ਯੂਥ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦੇ ਰਹਾਂਗੇ ਜੀ ਔਰ 31 ਜਥੇਬੰਦੀਆਂ ਬੈਠ ਕੇ ਸਿਰ ਜੋੜ ਕੇ ਬੈਠ ਕੇ ਪਲਾਨਿੰਗ ਤਿਆਰ ਕਰਾਂਗੇ ਕਿ ਅਗਲਾ ਪ੍ਰੋਗਰਾਮ ਸਾਡਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਿੱਧਰ ਨੂੰ ਜਾਣਾ ਚਾਹੀਦਾ ਹੈ ਔਰ ਇਹਦੇ 'ਚ ਕਸਰ ਨਹੀਂ ਅਸੀਂ ਛੱਡਾਂਗੇ। ਦੇਖੋ ਦਿੱਲੀ ਦੀ ਗੱਲ ਮੈਂ ਤੁਹਾਨੂੰ ਇੱਕ ਸਪਸ਼ਟ ਕਰ ਦਿੰਦਾ, ਅਸੀਂ ਪਿੱਛੇ ਨਹੀਂ ਹਟਾਂਗੇ। ਪਿਛਲੇ ਦਿਨ ਹੀ ਜਿੱਦੇ ਇਹ ਕਾਨੂੰਨ ਆਰਡੀਨੈਂਸਾਂ ਨੇ ਲੋਕ ਸਭਾ ਦੇ ਵਿੱਚ ਬਹਿਸ ਹੋਣੀ ਸੀ 16 ਤਰੀਕ ਨੂੰ, ਉਸ ਦਿਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਵੀ ਇੱਥੇ ਅਸੀਂ ਚਿੜੀ ਨਹੀਂ ਫੜਕਣ ਦੇਣੀ, ਪਾਰਲੀਮੈਂਟ ਦੇ ਨੇੜੇ ਚਿੜੀ ਨਹੀਂ ਫੜਕਣ ਦੇਣੀ। ਲੇਕਿਨ ਅਸੀਂ ਗਏ ਹਾਂ, ਉੱਥੇ ਵਿਰੋਧ ਕੀਤਾ, ਕਾਲੇ ਚੋਲੇ ਪਾ ਕੇ ਨਾਅਰੇ ਲਾਇਆ, ਸਾਨੂੰ ਅਰੈਸਟ ਕੀਤਾ, ਸਾਡੇ ਤੇ ਕੇਸ ਪਾਇਆ। ਪਾਉਣ ਦਿਓ। ਜਦੋਂ ਅਸੀਂ ਆਪਦੀ ਜ਼ਮੀਨ ਦੀ ਰਾਖੀ ਕਰਨੀ ਹੈ, ਕੇਸ ਤੇ ਬਹੁਤ ਛੋਟੀ ਚੀਜ਼ ਹੈ। ਜ਼ਮੀਨ ਦੀ ਰਾਖੀ ਅਸੀਂ ਵੱਟ ਪਿੱਛੇ ਭਰਾ ਨੂੰ ਭਰਾ ਮਾਰ ਦਿੰਦਾ ਹੈ ਤੇ ਇਹ ਤਾਂ ਸਾਡੀ ਜ਼ਮੀਨ ਜਾ ਰਹੀ ਹੈ, ਸਾਨੂੰ ਮਾਰਨਾ ਚਾਹੁੰਦੀ ਹੈ ਸਰਕਾਰ, ਤਾਂ ਮਾਰ ਲੈ ਬੇਫਿਕਰ ਹੋ ਕੇ, ਸਾਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ, ਮਰਾਂਗੇ। ਲੇਕਿਨ ਇਹ ਸਾਡਾ ਫੈਸਲਾ ਹੈ ਕਿ ਅਸੀਂ ਜ਼ਮੀਨ ਨਹੀਂ ਜਾਣ ਦਿਆਂਗੇ, ਸਾਡਾ ਕੁਝ ਵੀ ਹੋਵੇ। ਔਰ ਸ਼ਾਂਤਮਈ ਲੜਾਈ ਲੜਦੇ ਸਾਨੂੰ ਕਿੰਨਾ ਕੁ ਨੂੰ ਮਾਰ ਲੂਗੀ?
100 ਨੂੰ ਮਾਰ ਲੂਗੀ, 200 ਨੂੰ ਮਾਰ ਲੂਗੀ, 500 ਨੂੰ ਮਾਰ ਲੂਗੀ। ਫਿਰ ਅਖੀਰ ਸਰਕਾਰ ਨੂੰ ਹੱਥ ਖੜੇ ਕਰਨੇ ਹੀ ਪੈਣਗੇ, ਲੋਕਾਂ ਮੂਹਰੇ ਗੋਡੇ ਟੇਕਣੇ ਹੀ ਪੈਣਗੇ। ਜੀ ਤੁਹਾਨੂੰ ਨਹੀਂ ਲੱਗਦਾ ਨੌਜਵਾਨਾਂ ਖੂਨ ਗਰਮਾ ਹਾਲਾਤ ਜ਼ਿਆਦਾ ਵੀ ਖਰਾਬ ਹੋ ਸਕਦੇ ਨੇ ਜਿੱਦਾਂ ਸਰਕਾਰ ਆਪਣੀ ਅੜੀ ਤੇ ਅੜੀ ਵੀ ਹੈ? ਦੇਖੋ ਅਸੀਂ ਨੌਜਵਾਨ ਬੱਚਿਆਂ ਨੂੰ ਆਪ ਜੀ ਦੇ ਇਸ ਮਾਧਿਅਮ ਦੇ ਰਾਹੀਂ ਇੱਕ ਮੈਸੇਜ ਦੇਣਾ ਵੀ ਚਾਹਾਂਗੇ ਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਅਸੀਂ ਬੱਚਿਆਂ ਦੀ ਲੜਾਈ ਲੜ ਰਹੇ ਹਾਂ, ਬੱਚਿਆਂ ਦੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਾਂ। ਜ਼ਮੀਨ ਜੇਕਰ ਸਾਡੇ ਕੋਲੇ ਬੱਚੇ ਹੈ ਤਾਂ ਜ਼ਮੀਨ ਹੈ, ਜੇ ਅਸੀਂ ਬੱਚੇ ਹੀ ਨਾ ਸਾਡੇ ਕੋਲ ਰਹੇ ਤਾਂ ਜ਼ਮੀਨਾਂ ਰੱਖ ਕੇ ਕੀ ਕਰ ਰਹੇ ਹਾਂ ਜੀ। ਤੋ ਸਾਡੇ ਬੱਚਿਆਂ ਨੂੰ ਅਪੀਲ ਹੈ ਆਪ ਜੀ ਦੇ ਮਾਧਿਅਮ ਦੇ ਰਾਹੀਂ ਕਿ ਲੋੜ ਅੱਜ ਤੁਹਾਡੀ ਸਾਨੂੰ ਅੰਦੋਲਨਾਂ ਦੇ ਵਿੱਚ ਵੀ ਤੇ ਘਰ ਚਲਾਉਣ ਵਾਸਤੇ ਵੀ, ਗ੍ਰਸਤੀ ਨੂੰ ਅੱਗੇ ਤੋਰਨ ਵਾਸਤੇ, ਪੀੜ੍ਹੀ ਨੂੰ ਅੱਗੇ ਤੋਰਨ ਵਾਸਤੇ ਵੀ ਤੁਹਾਡੀ ਲੋੜ ਹੈ, ਪਰ ਅੰਦੋਲਨਾਂ ਦੇ ਵਿੱਚ ਵੀ ਤੁਹਾਨੂੰ ਸਾਡਾ ਪਾਰਟ ਬਣਾਉਣ ਦੀ ਸਾਨੂੰ ਲੋੜ ਹੈ। ਇਸ ਕਰਕੇ ਬੜਾ ਸਬਰ ਤੋਂ, ਬੜੇ ਸੰਤੋਖ ਤੋਂ, ਬੜੇ ਸੰਜਮ ਤੋਂ ਕੰਮ ਲੈ ਕੇ ਸ਼ਾਂਤੀ ਨੂੰ ਪੱਲੇ ਬੰਨ੍ਹ ਕੇ ਅਸੀਂ ਅੰਦੋਲਨ ਲੜਨਾ ਹੈ। ਕਿਸੇ ਤਰ੍ਹਾਂ ਦਾ ਕਿਸੇ ਦੇ ਭੜਕਾਊ ਭਾਸ਼ਣ ਦੇ ਵਿੱਚ ਆ ਕੇ ਵੇਖਿਓ ਕਿਤੇ ਗਲਤ ਕੰਮ ਕਰ ਦਿੰਦੇ। ਸਰਕਾਰਾਂ ਹਮੇਸ਼ਾ ਵਿੱਚ ਐਸੇ ਐਲੀਮੈਂਟ ਅੰਦੋਲਨਾਂ ਦੇ ਵਾਰਦੀਆਂ ਹੁੰਦੀਆਂ ਜਿਹੜੇ ਲੋਕਾਂ ਨੂੰ ਭੜਕਾ ਕੇ ਲੋਕਾਂ ਦੇ ਕੋਲੋਂ ਨਾਅਰੇ ਗਲਤ ਲਵਾਉਣ, ਲੋਕਾਂ ਦੇ ਕੋਲੋਂ ਇੱਟਾਂ ਬੱਟੇ ਚਲਵਾਉਣ, ਲੋਕਾਂ ਨੂੰ ਭੀੜਾਂ ਨੂੰ ਹਿੰਸਕ ਬਣਾਉਣ, ਉਹ ਯਤਨ ਕਰਦੀਆਂ ਹੁੰਦੀਆਂ। ਉਹ ਇੱਕ ਮੌਕਾ ਹੁੰਦਾ, ਹਥਿਆਰ ਹੁੰਦਾ ਸਰਕਾਰ ਕੋਲੇ ਕਿ ਹਿੰਸਕ ਅੰਦੋਲਨ ਨੂੰ ਦਬਾਉਣਾ, ਲਾਠੀਆਂ ਮਾਰ ਕੇ, ਗੋਲੀਆਂ ਮਾਰ ਕੇ ਉਹ ਕਰ ਸਕਦੀ ਹੈ, ਲੇਕਿਨ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਣਾ। ਇਸ ਗੱਲ 'ਤੇ ਧਿਆਨ ਰੱਖਣਾ, ਪੂਰਾ ਕੰਟਰੋਲ ਰੱਖਣਾ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਕਹਿ ਰਹੇ ਨੇ ਅਗਲੇ ਹਫਤੇ ਕੇਜਰੀਵਾਲ ਪੰਜਾਬ ਆ ਰਹੇ ਨੇ, ਉਹ ਇੱਥੇ ਇਹਨਾਂ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਕੀ ਲੋੜ ਹੈ ਪੰਜਾਬ 'ਚ ਪ੍ਰਦਰਸ਼ਨ ਦੀ? ਕੀ ਵੈਲਿਊ ਹੈ ਜੀ? ਕੇਜਰੀਵਾਲ ਨੇ ਅਗਰ ਪ੍ਰਦਰਸ਼ਨ ਕਰਨਾ ਹੈ ਤਾਂ ਕੇਜਰੀਵਾਲ ਅਗਰ ਹੀਰੋ ਬਣਨਾ ਚਾਹੁੰਦਾ ਹੈ, ਦੇਸ਼ ਦਾ ਹੀਰੋ ਬਣਨਾ ਚਾਹੁੰਦਾ ਹੈ ਨਾ, ਮੈਦਾਨ 'ਚ ਉਤਰਿਆ, ਜੇ ਮਰਨ ਮਰਤ ਤੇ ਬੈਠੇ ਨਾ ਉੱਥੇ ਜੀ। ਇੱਥੇ ਸਾਡੇ ਕੋਲ ਆ ਕੇ ਕੱਲ੍ਹ ਰਾਹੁਲ ਆਇਆ, ਸਾਨੂੰ ਲੁੱਟ ਰਹੀ ਹੈ ਦਿੱਲੀ, ਮੂੰਹ ਚੱਕੀ ਆਉਣੇ ਸਾਡੇ ਮਤਲਬ ਪੰਜਾਬ ਨੂੰ। ਇੱਥੇ ਕੀ ਹੈ? ਸਿਰਫ ਰਾਜਨੀਤੀ ਹੈ, ਰਾਜਨੀਤੀ ਕਰਨ ਆਉਂਦੇ, ਆਪਦੀ ਵੋਟ ਪੱਕੀ ਕਰਨ ਆਉਂਦੇ ਆ। ਅਗਰ ਕਿਸਾਨਾਂ ਦਾ ਦਰਦ ਉਹਨਾਂ ਦੇ ਅੰਦਰ ਤਾਂ ਉੱਥੇ ਦਿੱਲੀ 'ਚ ਮੋਰਚਾ ਕੱਢ ਕੇ ਬੈਠਣਾ, ਅਸੀਂ ਵੀ ਚੱਲਾਂਗੇ ਉੱਥੇ। ਜੀ ਕੀ ਲੱਗਦਾ ਤੁਹਾਨੂੰ ਕਿ ਸੰਘਰਸ਼ ਕਿੰਨੇ ਕੁ ਲੰਬੇ ਚੱਲ ਸਕਦੇ ਨੇ? ਦੇਖੋ ਇਹ ਸਰਕਾਰ ਦੀ ਮਰਜ਼ੀ ਹੈ। ਸਰਕਾਰ ਜਿੱਦੇ ਸਾਨੂੰ ਸਾਡੀ ਗੱਲ ਮੰਨਦੀ ਹੈ ਸੰਘਰਸ਼ ਰੁਕ ਜਾਏਗਾ। ਅਗਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਜਿੰਨਾ ਚਿਰ ਨਹੀਂ ਮੰਨਦੀ ਉਹਨਾਂ ਚਿਰ ਸਾਡੀ ਮੌਤ ਦੇ ਵਾਰੰਟਾਂ ਦੇ ਸਾਈਨ ਹੈ, ਅਸੀਂ ਟਿਕ ਕੇ ਨਹੀਂ ਬੈਠ ਸਕਦੇ। ਸਾਨੂੰ ਪਤਾ ਹੈ ਕਿ ਸਾਡੀ ਆਉਣ ਵਾਲੀ ਨਸਲ ਮਹਿਫੂਜ਼ ਨਹੀਂ ਇਹਨਾਂ ਹਾਲਾਤਾਂ ਦੇ ਵਿੱਚ। ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਲਈ ਆਖਰੀ ਲੜਾਈ ਲੜਾਂਗੇ। ਕਿਸਾਨ ਜਥੇਬੰਦੀਆਂ ਤਾਂ ਬੜੇ ਲੰਮੇ ਸਮੇਂ ਤੋਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਦੀ ਮੰਗ ਕਰ ਰਹੀਆਂ ਨੇ, ਉੱਤੋਂ ਕਾਲੇ ਕਾਨੂੰਨ ਹੋਰ ਥੋਪ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇੱਕ ਕਹਾਵਤ ਹੈ ਕਿ ਅਸੀਂ ਇੱਕ ਮਾਂ ਨੱਥ ਕਢਾਉਣ ਨੂੰ ਫਿਰਦੀ ਹੈ, ਪੁੱਤ ਨੱਕ ਵਢਾਉਣ ਨੂੰ ਫਿਰਦਾ ਹੈ। ਅਸੀਂ ਸਵਾਮੀਨਾਥਨ ਦੀ ਰਿਪੋਰਟ ਮੰਗਦੇ ਹਾਂ, ਇਹ ਕਹਿੰਦੇ ਅਸੀਂ ਜ਼ਮੀਨ ਹੀ ਨਹੀਂ ਛੱਡਣੀ। ਜੇ ਸਾਡੇ ਕੋਲੇ ਜ਼ਮੀਨ ਨਹੀਂ ਰਹਿੰਦੀ ਤਾਂ ਅਸੀਂ ਸਵਾਮੀਨਾਥਨ ਦੀ ਰਿਪੋਰਟ ਕਰਨੀ ਵੀ ਕੀ ਹੈ? ਅਗਰ ਅਸੀਂ ਫਸਲ ਪੈਦਾ ਕਰਨੀ ਹੈ ਤਾਂ ਉਹਦਾ ਭਾਅ ਹੀ ਸਵਾਮੀਨਾਥਨ ਦੀ ਰਿਪੋਰਟ ਨਾਲ ਲੈਣਾ ਨਾ। ਇਸ ਕਰਕੇ ਪਹਿਲੀ ਲੜਾਈ ਸਾਡੀ ਕੇਂਦਰਿਤ ਹੁਣ ਇਸ ਵੇਲੇ ਪਹਿਲ ਆ ਸਾਡੀ ਇਹਨਾਂ ਆਰਡੀਨੈਂਸਾਂ ਨੂੰ ਖਤਮ ਕਰਨਾ, ਇਹਨਾਂ ਕਾਨੂੰਨਾਂ ਨੂੰ ਖਤਮ ਕਰਾਉਣਾ ਤਾਂ ਕਿ ਜ਼ਮੀਨ ਸਾਡੇ ਕੋਲੇ ਰਹੇ। ਉਹ ਅਗਲੀ ਲੜਾਈ ਸਾਡੀ ਉਹ ਹੋਏਗੀ। ਜੀ ਧੰਨਵਾਦ ਜੀ। ਥੈਂਕ ਯੂ। ਹਾਂਜੀ ਇਹ ਸਨ ਸਰਦਾਰ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਮੰਗ ਆ ਸਾਡੀ ਇਸ ਸਮੇਂ, ਸਾਨੂੰ ਜੋ ਲੋੜ ਆ ਇਹ ਜੋ ਆਰਡੀਨੈਂਸ ਨੇ, ਇਹ ਕਾਨੂੰਨ ਸਰਕਾਰ ਵੱਲੋਂ ਲਿਆਂਦੇ ਗਏ ਨੇ, ਇਹਨਾਂ ਨੂੰ ਰੱਦ ਕਰਾਉਣ ਦੀ। ਜੇ ਸਾਡੇ ਕੋਲ ਜ਼ਮੀਨਾਂ ਰਹਿਣਗੀਆਂ, ਸਾਡੇ ਕੋਲ ਖੇਤੀ ਹੋਊਗੀ, ਤਾਂ ਹੀ ਅਸੀਂ ਸਵਾਮੀਨਾਥਨ ਦੀ ਰਿਪੋਰਟ, ਤਾਂ ਹੀ ਉਹ ਸਹੀ ਭਾਅ ਲੈ ਸਕਾਂਗੇ। ਸਭ ਤੋਂ ਪਹਿਲਾਂ ਅਸੀਂ ਜੋ ਅੱਜ ਕਾਲੇ ਕਾਨੂੰਨ ਥੋਪੇ ਗਏ ਨੇ ਉਹਨਾਂ ਨੂੰ ਰੱਦ ਕਰਾਵਾਂਗੇ, ਉਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ ਜੋ ਵੀ ਹੋਊਗੀ ਉਹ ਤਿਆਰ ਕਰਾਂਗੇ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ।